ਤੁਸੀਂ ਦੇਖ ਰਹੇ ਹੋ ਐਸਐਸ ਲਾਈਵ ਟੀਵੀ। ਮੈਂ ਸਤਵੰਤ ਸਿੰਘ ਸੰਧੂ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਪਾਲ ਵੀਰ ਜੀ, ਸੰਯੁਕਤ ਸਕੱਤਰ, ਜਿਨ੍ਹਾਂ ਦੇ ਕੋਲ ਸੇਵਾ ਸੰਭਾਲ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਲਾਲਾਬਾਦ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਇੱਕ ਤਰਫਾ ਹਾਰ ਹੋਈ ਹੈ ਤੇ ਆਮ ਆਦਮੀ ਪਾਰਟੀ ਇੱਕ ਹੁੰਜਾ ਫੇਰ ਜਿਹੜੀ ਹੈ ਜਿੱਤ ਕੀਤੀ ਗਈ ਹੈ, ਉਸ ਦੇ ਵਿੱਚ ਉਹਨਾਂ ਦੇ ਕੀ ਨਿੱਜੀ ਵਿਚਾਰ ਨੇ ਤੇ ਪਾਰਟੀ ਵੱਲੋਂ ਕਿਸ ਤਰ੍ਹਾਂ ਦੀਆਂ ਕਮੀਆਂ ਰਹਿ ਗਈਆਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਤੁਹਾਡਾ ਅੰਕਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਲੱਗਦਾ ਹੈ, ਪੰਜਾਬ ਤੋਂ ਇਲਾਵਾ ਜਲਾਲਾਬਾਦ ਹਲਕੇ ਦੀ ਆਪਾਂ ਗੱਲ ਕਰੀਏ ਤਾਂ ਬੜੀ ਹੌਟ ਸੀਟ ਮੰਨੀ ਜਾਂਦੀ ਸੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 2 ਵਾਰ ਲਗਾਤਾਰ ਜਿਹੜੇ ਹੈ MLA ਰਹਿ ਚੁੱਕੇ ਹੈ, ਡਿਪਟੀ CM ਰਹਿ ਚੁੱਕੇ ਇੱਥੋਂ ਦੇ। ਤੇ ਇਸ ਵਾਰੀ ਕੀ ਗੱਲ ਬਣੀ ਹੈ, ਕਿੱਥੇ ਕਮੀਆਂ ਰਹਿ ਗਈਆਂ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਇੱਥੇ ਬੜੀ ਵੱਡੀ ਲੀਡ ਦੇ ਨਾਲ ਜਿੱਤ ਹੋਈ ਹੈ ਜੀ? ਦੇਖੋ, ਜਿਹੜੀ ਗੱਲ ਰਹੀ ਕਮੀਆਂ ਦੀ, ਹੁਣ ਸਾਨੂੰ ਸਵੀਕਾਰ ਕਰਨਾ ਪਏਗਾ ਕਿ ਸਾਡੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਕਮੀ ਸੀ ਜਿਹਦੇ ਕਰਕੇ ਪਬਲਿਕ ਨੇ ਸਾਨੂੰ ਨਕਾਰਿਆ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਦ ਅਸੀਂ ਇਲੈਕਸ਼ਨ ਕੰਪੇਨ ਤੇ ਗਏ ਹਾਂ ਤੇ ਹਰੇਕ ਆਦਮੀ ਇਹ ਗੱਲ ਕਹਿੰਦਾ ਸੀਗਾ ਕਿ ਸੁਖਬੀਰ ਜੀ ਨੇ ਕੰਮ ਕੀਤੇ ਨੇ। ਇਸ ਗੱਲ ਤੋਂ ਕੋਈ ਡਿਨਾਈ ਵੀ ਨਹੀਂ ਕਰਦਾ ਸੀ ਕਿ ਸੁਖਬੀਰ ਜੀ ਨੇ ਕੁਝ ਨਹੀਂ ਕੀਤਾ। ਤੇ ਸੁਖਬੀਰ ਜੀ ਦੀ ਗੱਲ ਦੀ ਸਾਰੇ ਪ੍ਰੋੜਤਾ ਵੀ ਕਰਦੇ ਸੀ ਕੰਮਾਂ ਦੀ। ਪਰ ਪਤਾ ਨਹੀਂ ਇਹ ਕਿਸ ਤਰ੍ਹਾਂ ਦੀ ਵੇਵ ਸੀ ਕਿ ਜਿਹਦੇ ਦੇ ਵਿੱਚ ਆ ਕੇ ਸਾਰਾ ਕੁਝ ਤੂਫਾਨ ਦੇ ਵਿੱਚ ਆ ਕੇ ਕਿਸ ਤਰ੍ਹਾਂ ਰੁੜ ਗਿਆ। ਤੇ ਇਹ ਤਾਂ ਅਜੇ ਤੱਕ ਫਿਲਹਾਲ ਸਮਝ ਤੋਂ ਬਾਹਰ ਦੀ ਗੱਲ ਹੈ ਜੀ। ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਸੀਗੀ, ਪੰਥ ਦੇ ਨਾਮ ਤੇ ਹੁਣ ਤੱਕ ਜਿਹੜੀਆਂ ਵੋਟਾਂ ਲੈਂਦੀ ਆਈ ਰਹੀ ਹੈ। ਲੱਗਦਾ ਇਸ ਵਾਰੀ ਜਿਹੜੀ ਪੰਥਕ ਵੋਟ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਿਆ ਕਿਤੇ ਨਾ ਕਿਤੇ? ਦੇਖੋ, ਪਛਾੜਿਆ, ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ ਤੇ ਪੰਥਕ ਪਾਰਟੀ ਹੈ। ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਜਿਸ ਲਈ ਅਸੀਂ ਕਹਿ ਸਕਦੇ ਪ੍ਰਾਂਤਕ ਪਾਰਟੀ ਹੈ, ਤੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਨਾ, ਕੇਂਦਰ ਦੇ ਵਿੱਚ ਕੰਮ ਕਰਨ ਵਾਲੀਆਂ ਪਾਰਟੀਆਂ, ਉਹਨਾਂ ਦੀ ਹਮੇਸ਼ਾ ਇਹ ਰੜਕਦੀ ਰਹੀ ਅੱਖਾਂ ਦੇ ਵਿੱਚ ਤੇ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬੈਕਫੁੱਟ ਤੇ ਲਿਆਉਣ ਦੀ ਕੋਸ਼ਿਸ਼ ਵਿੱਚ ਹੀ ਰਹੀਆਂ ਨੇ। ਜਿਸ ਕਰਕੇ ਇਹਨਾਂ ਦਾ ਅਖੌਤੀ ਪੰਥਕ ਬੰਦੇ ਆਏ ਜਿਨ੍ਹਾਂ ਨੇ ਬਾਦਲਾਂ ਦੀ ਹਰੇਕ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਹਰੇਕ ਕੰਮ ਤੇ ਕਿੰਤੂ ਪਰੰਤੂ। ਪਰ ਉਹੀ ਕੰਮ ਜਦੋਂ ਉਹਨਾਂ ਦੇ ਆਕਾ ਕੋਈ ਹੋਰ ਕਰ ਲਵੇ ਫਿਰ ਕੋਈ ਇਤਰਾਜ਼ ਨਹੀਂ, ਕਿਉਂਕਿ ਉਹਨਾਂ ਨੂੰ ਪ੍ਰਚਾਰਿਆ ਹੀ ਇਸ ਤਰ੍ਹਾਂ ਗਿਆ ਹੈ, ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਪ੍ਰਚਾਰ ਦਿੱਤਾ ਗਿਆ ਇਸ ਗੱਲ ਨੂੰ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਸਿੱਖ ਵਿਰੋਧੀ ਹੈ। ਕਿਉਂਕਿ ਬਾਦਲ ਪਰਿਵਾਰ ਤੇ ਸੋਸ਼ਲ ਮੀਡੀਆ ਤੇ ਬੜੇ ਵੱਡੇ ਇਲਜ਼ਾਮ ਲੱਗ ਰਹੇ ਆ ਕਿ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਣ ਚਾਹੀਏ ਹੈ ਤੇ 2020 ਦੇ ਵਿੱਚ ਜਿਹੜੇ ਕੀ ਹੈ ਬਾਦਲ ਪਰਿਵਾਰ ਦੇ ਕਰਕੇ ਇਹਦਾ ਜਿਹੜਾ ਆ ਖਾਤਮਾ ਹੋ ਚੁੱਕਿਆ। ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਦਾਂ ਦੀ ਚੀਜ਼ਾਂ ਵਾਇਰਲ ਹੋ ਰਹੀਆਂ ਨੇ, ਇਸ ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਬਾਦਲ ਪਰਿਵਾਰ ਕਰਕੇ ਨਹੀਂ ਹੋਇਆ। ਜਿਹੜੇ ਇਹ ਗੱਲਾਂ ਕਹਿੰਦੇ ਨੇ ਕਿ ਬਾਦਲ ਪਰਿਵਾਰ ਕਰਕੇ ਹੋਇਆ, ਉਹ ਵੀ ਤਾਂ ਇਹਦੇ ਵਿੱਚ ਭਾਗੀਦਾਰ ਨੇ ਨਾ। ਜੋ ਆਦਮੀ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਤੇ ਰਹਿ ਕੇ ਐਸ਼ ਕਰਦੇ ਰਹੇ, ਮੰਤਰੀ ਮੰਡਲ ਦੇ ਵਿੱਚ ਆ ਕੇ ਹਿੱਸਾ ਬਣਦੇ ਰਹੇ, ਹੁਣ ਤੱਕ ਉਹਨਾਂ ਨੇ ਐਸ਼ ਕੀਤੀ ਤੇ ਬਾਅਦ ਵਿੱਚ ਦੇਖੋ ਬਿੱਲੀ ਤੱਕ ਥੈਲਿਓਂ ਬਾਹਰ ਆਈ ਹੈ ਨਾ ਉਹਨਾਂ ਦੀ ਵੀ। ਤੇ ਉਹਨਾਂ ਨੇ ਇਹ ਗੱਲਾਂ ਕਹਿਣੀਆਂ ਸ਼ੁਰੂ ਕਰਤੀਆਂ ਜਦੋਂ ਤੱਕ ਸਰਕਾਰ ਸੀ, ਫਾਇਦੇ ਲੈਂਦੇ ਰਹੇ। ਉਸ ਤੋਂ ਬਾਅਦ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹਨਾਂ ਨੇ ਬੇਦਬੀ ਕਰਾਈ, ਇਹਨਾਂ ਨੇ ਉਹ ਕਰਾਈ, ਉਹ ਭੱਜ ਕੇ ਛਾਲ ਮਾਰ ਕੇ ਉੱਧਰ ਹੋ ਗਏ। ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਨਾ। ਬੇਅਦਬੀ ਦੀ ਗੱਲ ਕਰੀਏ ਤਾਂ ਬੇਅਦਬੀ ਦਾ ਲੱਗਦਾ ਕਿਤੇ ਨਾ ਕਿਤੇ ਉਸ ਚੀਜ਼ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹਰਜਾਨਾ ਭੁਗਤਣਾ ਪਿਆ ਹੈ। ਨਹੀਂ, ਹਰਜਾਨਾ ਤਾਂ ਚਲੋ ਆਪਾਂ ਦੇਖ ਹੀ ਰਹੇ ਕਿ ਭੁਗਤਣਾ ਪਿਆ ਹੈ। ਇਸ ਗੱਲ ਦਾ ਹਰਜਾਨਾ ਤਾਂ ਭੁਗਤਣਾ ਹੀ ਪਿਆ ਕਿਉਂਕਿ ਉਸ ਟਾਈਮ ਤੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ। ਤੇ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤੇ ਜਿਹੜਾ ਬੰਦਾ ਉਸ ਮੌਕੇ ਤੇ ਹਕੂਮਤ ਵਿੱਚ ਹੋਏਗਾ ਤੇ ਉਹ ਗੱਲ ਉਹਦੇ ਤੇ ਤਾਂ ਜਾਏਗੀ ਨਾ, ਚਾਹੇ ਉਹਨਾਂ ਨੇ ਨਹੀਂ ਕੀਤੀ ਜਾਂ ਉਹਨਾਂ ਜਿਹੜੀ ਹੋਈ ਉਹ ਨਹੀਂ ਪਕੜੀ ਗਈ। ਇਸ ਗੱਲ ਦਾ ਖਮਿਆਜਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪਿਆ ਤੇ ਅਸੀਂ ਤੁਹਾਡੇ ਸਾਹਮਣੇ ਹੀ ਅਸੀਂ ਭੁਗਤ ਰਹੇ ਹਾਂ। ਜਲਾਲਾਬਾਦ ਦੀ ਗੱਲ ਕਰੀਏ ਤਾਂ ਜਲਾਲਾਬਾਦ ਦੇ ਕਈ ਪਿੰਡਾਂ ਦੇ ਵਿੱਚੋਂ ਲੋਕਾਂ ਦੀ ਆਵਾਜ਼ ਅਲੱਗ ਤਰੀਕੇ ਦੀ ਆ ਰਹੀ ਹੈ ਕਿ ਅੰਦਰ ਖਾਤੇ ਕਹਿੰਦੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਆਪ ਹੀ ਆਗੂ ਸੀ ਜਿਹੜੇ ਸੁਖਬੀਰ ਬਾਦਲ ਨੂੰ ਇੱਥੋਂ ਵਾਪਸ ਭੇਜ ਕੇ ਰਾਜੀ ਸੀਗੇ। ਕੀ ਇਹ ਗੱਲਾਂ ਸਹੀ ਨੇ? ਇਸ ਬਾਰੇ ਮੈਂ ਨਹੀਂ ਕੁਝ ਵੀ ਕਹਿ ਸਕਦਾ ਕਿ ਇਹ ਗੱਲਾਂ ਸਹੀ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਿਉਂ ਚਾਹਣਗੇ ਕਿ ਸੁਖਬੀਰ ਬਾਦਲ ਜਲਾਲਾਬਾਦ ਤੋਂ ਵਾਪਸ ਆਏ। ਕਿਉਂਕਿ ਉਹ ਕਹਿੰਦੇ ਵੀ ਕਈ ਸ਼੍ਰੋਮਣੀ ਅਕਾਲੀ ਦਲ ਦੇ ਇੱਥੇ ਜਿਹੜੇ ਥੰਮ ਬੈਠੇ ਉਹ ਕਹਿੰਦੇ ਸਾਡੀ ਵਾਰੀ ਨਹੀਂ ਆਉਣੀਗੀ ਜੇਕਰ ਇਹ ਇੱਥੇ ਰਿਹਾ, ਕਿਉਂਕਿ ਉਹਨਾਂ ਨੇ ਹੋਰ ਵੀ ਇਲਜ਼ਾਮ ਲਾਏ ਆ ਵੀ ਉਹ ਆਪ ਇੱਥੇ ਆਉਂਦੇ ਨਹੀਂਗੇ, ਆਪਣੀ ਜਗ੍ਹਾ ਤੇ ਆਪਣੇ ਕਿਸੇ ਚਹੇਤੇ ਨੂੰ ਭੇਜ ਦਿੰਦੇ ਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਆਮ ਚੱਲੀਆਂ, ਇਸ ਵਾਰੀ ਚਰਚਾ ਹੋਈ ਇਹਨਾਂ ਗੱਲਾਂ ਦੀ। ਜਿਹੜੀ ਗੱਲ ਤਾਂ ਵਾਰੀ ਦੀ ਹੈ ਉਹ ਤਾਂ ਹੁਣ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਥੋਂ ਦੀ ਪਬਲਿਕ ਨੇ ਇਸ ਹਨੇਰੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਿੱਤਣ ਦਿੱਤਾ, ਉਹ ਸਾਰੇ ਮਤਲਬ ਕਿ ਕਿਸ ਖੇਤ ਬਾਗ ਦੀ ਮੂਲੀ ਨੇ ਉਹ ਜਿਹੜੀ ਇਹ ਗੱਲ ਸੋਚਦੇ ਨੇ ਵੀ ਅਸੀਂ ਵੀ ਸ਼ਾਇਦ ਮਤਲਬ ਸੁਖਬੀਰ ਬਾਦਲ ਚਲਾ ਜਾਏਗਾ ਤੇ ਅਸੀਂ ਆ ਜਾਵਾਂਗੇ। ਇਹ ਤਾਂ ਮੇਰੇ ਵਾਸਤੇ ਤੇ ਮੈਨੂੰ ਤਾਂ ਹਾਸ ਹੋਈ ਨਹੀਂ ਗੱਲ ਲੱਗਦੀ। ਜਗਦੀਪ ਕੰਬੋਜ ਗੋਲਡੀ ਦੀ ਗੱਲ ਕਰੀਏ, ਉਹ ਵੀ ਇੱਕ ਆਮ ਘਰ ਦਾ ਹੀ ਹੈ, ਇੱਕ ਨੌਜਵਾਨ ਹੈ ਜਿਹੜਾ ਉੱਠਿਆ ਹੈ ਤੇ ਉਸਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਧੋਬੀ ਪਟਕਾ ਦਿੱਤਾ ਆ ਜਿਹੜਾ ਕਿ ਕਦੇ ਇਹਨਾਂ ਸੋਚਿਆ ਵੀ ਨਹੀਂ ਹੋਣਾ ਸੀਗਾ।
ਇਹ ਗੱਲ ਠੀਕ ਹੈ ਕਿ ਉਹ ਇੱਕ ਆਮ ਘਰ 'ਚੋਂ ਉੱਠਿਆ, ਪਰ ਉਹ ਜਿਹੜੀ ਹਨੇਰੀ ਇਸ ਵਕਤ ਦੇਖੋ ਤੁਸੀਂ ਇਸ ਗੱਲ ਨੂੰ ਮੰਨਦੇ ਜੇ ਨਾ ਵੀ ਪਬਲਿਕ ਨੇ ਚਿਹਰੇ ਦੀ ਗੱਲ ਨੂੰ ਸਵੀਕਾਰ ਹੀ ਨਹੀਂ ਕੀਤਾ। ਜੇ ਚਿਹਰੇ ਨੂੰ ਸਵੀਕਾਰ ਕਰਦੇ ਨਾ ਤਾਂ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾਉਂਦੇ। ਲੋਕਾਂ ਨੇ ਤਾਂ ਪਤਾ ਨਹੀਂ ਉਹ ਕੀ ਸਿਸਟਮ ਸੀਗਾ ਵੀ ਲੋਕਾਂ ਨੇ ਤਾਂ ਸਿਰਫ ਇੱਕ ਝਾੜੂ ਵਾਲੀ ਗੱਲ ਹੀ ਕਰਨੀ ਸ਼ੁਰੂ ਕਰਤੀ, ਚਿਹਰੇ ਨੂੰ ਤਾਂ ਲੋਕਾਂ ਨੇ ਪ੍ਰੈਫਰ ਕੀਤਾ ਹੀ ਨਹੀਂ ਬਿਲਕੁਲ। ਪਰ 70 ਸਾਲਾਂ ਦੀ ਗੱਲ ਕਰੀ ਜਦੋਂ ਤੋਂ ਆਪਣਾ ਦੇਸ਼ ਆਜ਼ਾਦ ਹੋਇਆ, ਕਹਿੰਦੇ ਕਾਂਗਰਸ ਤੇ ਅਕਾਲੀ ਤੇ ਭਾਜਪਾ ਚਲੋ ਗੱਠਜੋੜ ਕਰਕੇ ਕਰਦੇ ਰਹੇ, ਕਿਤੇ ਨਾ ਕਿਤੇ ਵਿਕਾਸ ਦੀਆਂ ਕਮੀਆਂ ਨੂੰ ਲੈ ਕੇ ਇਸ ਵਾਰੀ ਬਦਲਾਅ ਕੀਤਾ ਗਿਆ। ਨਹੀਂ, ਵਿਕਾਸ ਦੀਆਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਵੀ ਪਾਰਟੀ ਜਦੋਂ ਲੰਮੇ ਸਮੇਂ ਹਕੂਮਤਾਂ 'ਚ ਰਹਿੰਦੀਆਂ ਨੇ ਤੇ ਉਹਨਾਂ ਦੇ ਪਾਰਟੀਆਂ ਦੇ ਵਿੱਚ ਜਿਹੜੇ ਤੁਸੀਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਵਰਕਰ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੀ ਇਹ ਚਾਹੁੰਦੇ ਨੇ ਵੀ ਸ਼ਾਇਦ ਸੁਖਬੀਰ ਇੱਥੋਂ ਚਲਾ ਜਾਏਗਾ ਤਾਂ ਸਾਡਾ ਨੰਬਰ ਆਏਗਾ, ਪਰ ਕੀ ਉਹ ਇਸ ਲੈਵਲ ਤੇ ਆ ਕੇ ਕੰਮ ਕਰਨਗੇ ਜਿਸ ਲੈਵਲ ਤੇ ਆਪ ਵਾਲਿਆਂ ਨੇ ਕੰਮ ਕੀਤਾ ਹੈ, ਜਾਂ ਜਿਸ ਲੈਵਲ ਤੇ ਦੇਖੋ ਜੇ ਉਹ ਜਿੱਤਿਆ ਹੈ ਤਾਂ ਉਹਨੇ ਕੰਮ ਵੀ ਤਾਂ ਕੀਤਾ ਹੈ। ਇਹਦੇ 'ਚ ਆਪਾਂ ਨੂੰ ਕਹਿਣਾ ਪਏਗਾ ਕਿ ਉਸ ਬੰਦੇ ਨੇ ਡੋਰ ਟੂ ਡੋਰ ਕੰਪੇਨ ਦੇ ਵਿੱਚ ਜੋ ਮਹਾਰਤ ਮੰਨਣੀ ਪੈਗੀ ਸਾਨੂੰ ਕਿ ਜੋ ਮਹਾਰਤ ਡੋਰ ਟੂ ਡੋਰ ਕੰਪੇਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀ ਤੇ ਉਸ ਦਾ ਉਹਨਾਂ ਨੇ ਫਾਇਦਾ ਚੁੱਕਿਆ ਹੈ। ਉਹਨਾਂ ਨੇ ਘਰ ਘਰ ਵੜ ਕੇ ਲੋਕਾਂ ਨੂੰ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਭਰੀਆਂ ਕਿ ਜਿਹੜੀਆਂ ਤੁਸੀਂ ਕੱਢ ਹੀ ਨਹੀਂ ਸਕੇ 15 ਦਿਨਾਂ ਦੇ ਵਿੱਚ, ਤੁਸੀਂ ਮਹੀਨੇ ਦੇ ਵਾਲੇ ਇਲੈਕਸ਼ਨ ਦੀ ਕੰਪੇਨ ਵਿੱਚ ਨਹੀਂ ਕੱਢ ਸਕੇ, ਉਹ ਜਿਹੜੀਆਂ ਉਹਨਾਂ ਨੇ ਸਾਲ ਦੇ ਵਿੱਚ ਲੋਕਾਂ ਦੇ ਦਿਮਾਗਾਂ 'ਚ ਭਰੀਆਂ ਸੀ ਗੱਲਾਂ ਨਹੀਂ ਕੱਢ ਸਕੇ। ਕੀ ਗੱਲ ਸ਼੍ਰੋਮਣੀ ਅਕਾਲੀ ਦਲ ਇੱਥੇ ਬੜਾ ਕਮਜ਼ੋਰ ਰਿਹਾ ਵਰਕਿੰਗ ਦੇ ਵਿੱਚ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਜੇ ਦੇਖਿਆ ਜਾਵੇ ਤਾਂ ਵਰਕਿੰਗ ਨੂੰ ਜਿਹੜਾ ਇੱਕ ਪਾਸੇ ਕਿਹਾ ਜਾ ਰਿਹਾ ਸੀ ਵੀ ਜਿਹੜਾ ਜਗਦੀਪ ਕੰਬੋਜ ਗੋਲਡੀ ਹੈ ਉਸ ਨੂੰ ਸੀਰੀਅਸ ਨਹੀਂ ਲਿਆ ਜਾ ਸੀ ਵੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਜਿਹਨੇ ਪੰਜਾਬ ਦਾ ਸੀਐਮ ਬਣਨਾ ਹੈ, ਤਾਂ ਆਮ ਇੱਕ ਘਰ ਦਾ ਨੌਜਵਾਨ ਸਮਝ ਕੇ ਮਤਲਬ ਕਿ ਅਣਗਹਿਲੀ ਜੀ ਨਹੀਂ ਕੀਤੀ ਲੱਗਦੀਗੀ, ਇਸ ਦਾ ਵੀ ਜਿਹੜਾ ਰੁਝਾਨਾ ਭੁਗਤਣਾ ਪੈ ਗਿਆ। ਅਣਗਹਿਲੀ ਵੀ ਥੋੜੀ ਮਿਸਮੈਨੇਜਮੈਂਟ ਦੀ ਗੱਲ ਆਪਾਂ ਕਰ ਵੀ ਸਕਦੇ ਹਾਂ ਕਿ ਸੀ। ਤੇ ਬਾਕੀ ਜਿਹੜੀ ਗੱਲ ਰਹੀ ਕੰਪੇਨ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਕੰਪੇਨ ਘੱਟ ਸੀ ਜਾਂ ਕਿਸ ਤਰ੍ਹਾਂ ਸੀ, ਉਹਦਾ ਇੱਕ ਕਾਰਨ ਇਹ ਫੈਕਟਰ ਦੇਖੋ ਇਹ ਸੀ ਲੋਕ ਚਾਹੁੰਦੇ ਸੀ ਚੇਂਜ ਦੇ ਵਿੱਚ ਸਾਹਮਣੇ ਆਉਂਦੀ ਸੀ ਕਾਂਗਰਸ ਕਿ ਕਾਂਗਰਸ ਦਾ ਰਾਜ ਸੀ ਤੇ ਕਾਂਗਰਸ ਤੋਂ ਚੇਂਜ ਆਵੇ, ਪਰ ਇੱਥੇ ਟਾਰਗੇਟ ਸਾਰੀਆਂ ਪਾਰਟੀਆਂ ਵੱਲੋਂ ਇੱਥੋਂ ਤੱਕ ਕਰਕੇ ਆਮ ਆਦਮੀ ਪਾਰਟੀ ਨੇ ਵੀ ਟਾਰਗੇਟ ਜਿਹੜਾ ਵੀ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ। ਜਿਸ ਗੱਲ ਦੀ ਗੱਲ ਕੀਤੀ ਜਾਂਦੀ ਸੀ ਨਾ ਤੁਸੀਂ ਪਿਛਲੀਆਂ ਜਦੋਂ ਇਹਨਾਂ ਦੇ ਜਿਸ ਤਰ੍ਹਾਂ ਦੀ ਜੇ ਡਿਬੇਟ ਹੁੰਦੀਆਂ ਸੀ ਜਾਂ ਕੁਝ ਵੀ ਹੁੰਦੇ ਸੀ ਉਹਦੇ ਵਿੱਚ ਜੋ ਵੀ ਗੱਲ ਕੀਤੀ ਜਾਂਦੀ ਸੀ ਉਹ ਗੱਲ ਕੀਤੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਮਿਲ ਪਿੱਛੇ ਆ ਨਹੀਂ ਹੋਇਆ ਉਹਦੇ ਵਿੱਚ ਟਾਰਗੇਟ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਗਿਆ ਕਿ ਉਹਨਾਂ ਨੂੰ ਪਤਾ ਸੀ ਜੇ ਲੋਕਾਂ ਦੀ ਜਿਹੜੀ ਐਂਟੀ ਇਨਕੰਪੈਂਸੀ ਦੀ ਵੇਵ ਦਾ ਜਿਹੜਾ ਖਤਰਾ ਉਹ ਕਾਂਗਰਸ ਨੂੰ ਜਾਣ ਦੀ ਬਜਾਏ ਉਹ ਸਾਰੇ ਦਾ ਸਾਰਾ ਭਾਰ ਲੋਕਾਂ ਨੇ ਅਕਾਲੀ ਦਲ ਤੇ ਸੁੱਟਤਾ, ਕਿਉਂਕਿ ਕਹਿੰਦੇ ਰਾਜ ਵੀ ਅਕਾਲੀ ਦਲ ਨੇ ਲਗਾਤਾਰ ਕੀਤਾ ਨਾ ਜੀ। ਪਰ ਪੰਜਾਬ ਦੀ ਪਾਰਟੀ ਸੀ ਨਾ, ਪੰਜਾਬ ਦੀ ਖੇਤਰੀ ਪਾਰਟੀ ਨੂੰ ਚਾਹੀਦਾ ਸੀ ਪੰਜਾਬ ਵਾਸਤੇ ਕੋਈ ਇਹੋ ਜਿਹੇ ਕੰਮ ਕਰਨੇ ਕਿ ਲੋਕਾਂ ਨੂੰ ਮੌਕਾ ਹੀ ਨਾ ਮਿਲਦਾ। ਦੇਖੋ ਕੰਮ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇੱਥੇ ਤਾਂ ਹੁਣ ਕੰਮਾਂ ਦੀ ਗੱਲ ਹੀ ਨਹੀਂ ਰਹੀ। ਲੋਕ ਕੰਮਾਂ ਨੂੰ ਛੱਡ ਲੋਕੀ ਮਤਲਬ ਕਿ ਜੇ ਦੇਖੋ ਜਿਸਲੇ ਤਾਂ ਗੱਲ ਕਰਨਗੇ ਆਹ ਕੰਮ ਨਹੀਂ ਹੋਇਆ ਉਸਲੇ ਤਾਂ ਸਾਨੂੰ ਖਾਲੀਆਂ ਦਿਖਾ ਦੇਣਗੇ, ਆਹ ਵੇਖੋ ਜੀ ਸੜਕ ਟੁੱਟੀ ਹੋਈ ਹੈ, ਤੇ ਜਿਸਲੇ ਗੱਲ ਕਰੀਏ ਵੀ ਅਸੀਂ ਆਹ ਕੁਝ ਕੀਤਾ ਤੇ ਉਹ ਕਹਿੰਦੇ ਨੇ ਵੀ ਕੀ ਤੁਸੀਂ ਇਹਨੂੰ ਵਿਕਾਸ ਕਹਿੰਦੇ ਜੇ, ਫਿਰ ਉਹ ਦੂਜੇ ਪਾਸੇ ਆ ਜਾਂਦੇ ਨੇ ਵੀ ਗਲੀਆਂ ਨਾਲੀਆਂ ਵਿਕਾਸ ਹੁੰਦਾ। ਆਹ ਤਾਂ ਇਹ ਵੀ ਕਹਿੰਦੇ ਵੀ ਗਲੀਆਂ ਨਾਲੀਆਂ ਕਾਹਦਾ ਵਿਕਾਸ ਹੈ, ਕਹਿੰਦੇ ਨੌਕਰੀਆਂ ਚਾਹੀਦੀਆਂ ਨੇ, ਨਸ਼ਾ ਖਤਮ ਹੋਣਾ ਚਾਹੀਦਾ, ਰੋਜ਼ਗਾਰ ਦਾ, ਪਾਣੀਆਂ ਦਾ ਮੁੱਦੇ, ਖੇਤੀ ਨੂੰ ਲੈ ਕੇ ਬੜੀਆਂ ਸਵਾਲ ਉੱਠਦੇ ਨੇ। ਚਲੋ ਇਹ ਤਾਂ ਬੜੀ ਵਧੀਆ ਗੱਲ ਹੈ ਕਿ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਚੁੱਕਿਆ ਤੇ ਪਬਲਿਕ ਨੇ ਉਹਨਾਂ ਦੇ ਮਗਰ ਲੱਗ ਕੇ ਵੋਟਾਂ ਪਾਈਆਂ, ਤੇ ਅਸੀਂ ਵਾਹਿਗੁਰੂ ਅੱਗੇ ਵੀ ਇਹ ਕਾਮਨਾ ਕਰਦੇ ਹਾਂ ਕਿ ਚਲੋ ਜਿਸ ਗੱਲ ਨੂੰ ਵੇਖ ਕੇ ਨਾ ਕੀ ਹੈ ਪਬਲਿਕ ਨੇ ਵੋਟਾਂ ਪਾਈਆਂ ਨੇ, ਚਲੋ ਸ਼ਾਇਦ ਉਹ ਉਹਨਾਂ ਦੇ ਕੰਮ ਤੇ ਖਰਾ ਇੰਨੇ ਉਤਰ ਪੈਣ ਵੀ ਇੰਨੀਆਂ ਨੌਕਰੀਆਂ ਤੇ ਇੰਨਾ ਸਾਰਾ ਕੁਝ। ਦੇਖੋ ਨੌਕਰੀ ਦੀ ਗੱਲ ਤਾਂ ਘਰ ਨੌਕਰੀ ਦੀ ਗੱਲ ਤਾਂ ਕਾਂਗਰਸ ਨੇ ਵੀ ਕੀਤੀ ਸੀ ਨਾ, ਕੀ ਦੇਤੀ ਉਹਨੇ। ਕਾਂਗਰਸ ਨੂੰ ਵੀ ਜਿਹੜਾ ਆ ਬੜਾ ਵੱਡਾ ਝਟਕਾ ਲੱਗਿਆ ਨਾ ਇਸ ਗੱਲ ਦੇ ਵਿੱਚ। ਵੇਖੋ ਉਹਨਾਂ ਨੂੰ ਲੱਗਿਆ, ਪਰ ਉਹਨਾਂ ਨੂੰ ਝਟਕਾ ਲੱਗਿਆ ਦੇ ਵਿੱਚ ਗੱਲ ਤਾਂ ਇਹ ਆ ਗਈ ਨਾ ਵੀ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਚੁੱਕਿਆ ਹੀ ਨਹੀਂ। ਉਹ ਗੱਲ ਹੀ ਹਮੇਸ਼ਾ ਅਕਾਲੀ ਦਲ ਨੇ ਜਿਹੜੀ 5 ਸਾਲ ਪਹਿਲਾਂ ਰਾਜ ਕਰਕੇ ਗਈ ਹੈ ਉਹਨੂੰ ਚੁੱਕ ਕੇ ਉਹਨਾਂ ਨੇ ਟਾਰਗੇਟ ਹੀ ਇਹ ਕਰਤਾ ਵੀ ਸ਼੍ਰੋਮਣੀ ਅਕਾਲੀ ਦਲ ਅੱਗੇ ਆਏਗਾ, ਤੇ ਉਹ ਸਾਰੀਆਂ ਪਾਰਟੀਆਂ ਰਲ ਗਈਆਂ। ਤੁਸੀਂ ਇੱਥੋਂ ਜਲਾਲਾਬਾਦ ਹੀ ਦੇਖ ਲਓ, ਉਹਨਾਂ ਨੇ ਕੀ ਕੀਤਾ ਵੀ ਕਾਂਗਰਸ ਨੂੰ ਕਿੰਨੀ ਵੋਟ ਪਈ ਹੈ, ਸਾਰੀ ਦੀ ਸਾਰੀ ਵੋਟ ਡਾਈਵਰਟ ਕੀਤੀ ਉਹਨਾਂ ਨੇ। ਇੱਕ ਉਹਨਾਂ ਦੀ ਸਿਸਟਮ ਹੀ ਚਾਲ ਹੀ ਇਹੀ ਸੀ ਵੀ ਜਾਂ ਵੋਟ ਪਵੇ ਤਾਂ ਕਾਂਗਰਸ ਨੂੰ ਪਵੇ ਜਿੱਥੇ ਪੈਣੀ ਹੈ, ਤੇ ਮਤਲਬ ਕਿ ਜਿਹੜੀ ਕੇਂਦਰ ਵਾਲੀ ਪਾਰਟੀ ਹੈ ਉਹਨੂੰ ਪਵੇ। ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਜਾਵੇ, ਤੇ ਉਹਨਾਂ ਨੇ ਸਾਲ ਵੀ ਉਹ ਚੁਣ ਲਏ ਵੀ ਜਿਹਦੇ ਵਿੱਚ ਹੋਰ ਹੁਣ ਟਾਰਗੇਟ ਕਰਨ ਵਾਲੀ ਗੱਲ ਹੋ ਗਈ ਜੀ। ਦੇਖੋ 100 ਸਾਲ ਪੂਰੇ ਹੋਏ ਪਾਰਟੀ ਨੂੰ, ਤੇ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਲੋਕਾਂ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ 100 ਸਾਲ ਪੂਰੇ ਹੋਏ ਤੇ ਇਹਨਾਂ ਨੇ ਖਰਾਬ ਕੀਤਾ। ਹੁਣ ਉਹਨਾਂ ਨੂੰ ਉਹੀ ਗੱਲ ਮੈਂ ਤੁਹਾਨੂੰ ਫਿਰ ਕਹਿ ਰਿਹਾ ਵੀ ਉਹਨਾਂ ਲੀਡਰਾਂ ਨੂੰ ਪੁੱਛੋ ਜਿਹੜੇ ਆਪਣੇ ਆਪ ਵਿੱਚ ਪੰਥਕ ਬਣ ਕੇ, ਦੇਖੋ ਪਾਰਟੀਆਂ ਦੇ ਵਿੱਚ ਪਾਰਟੀ ਦੇ ਵਿੱਚ ਰਹਿ ਕੇ ਵੀ ਤਾਂ ਕੀਤਾ ਜਾ ਸਕਦਾ ਨਾ ਕੰਮ। ਤੁਸੀਂ ਪਾਰਟੀ ਦਾ ਵਿਰੋਧ ਕਰਨਾ, ਇੱਕ ਬੰਦਾ ਨਹੀਂ ਸਹੀ ਕੰਮ ਕਰ ਰਿਹਾ, ਤੁਹਾਨੂੰ ਲੱਗਦੇ ਵੀ ਇਹ ਕੰਮ ਨਹੀਂ ਸਹੀ ਕਰ ਰਿਹਾ, ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਵਿਰੋਧ ਕਰੋ। ਪਾਰਟੀ ਦੇ ਵਿੱਚ ਰਹਿ ਕੇ ਵੀ ਬੜੇ ਲੀਡਰਾਂ ਨੇ ਆਵਾਜ਼ ਉਠਾਈ, ਪਰ ਉਹਨਾਂ ਦੀ ਜਿਹੜੀ ਲੀਡਰਾਂ ਦੀ ਆਵਾਜ਼ ਉਹ ਤੋਂ ਦਬ ਦਿੱਤੀ ਜਾਂਦੀ ਸੀ।
ਇਹ ਗੱਲ ਵੀ ਜਿਹੜੀ ਹੈ ਬੜੀ ਆਪਣੇ ਕਹਿ ਸਕਦੇ ਵੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੇਖਣ ਨੂੰ ਕਹਿੰਦੇ ਕੋਈ ਜਾ ਕੇ ਜੇ ਆਪਾਂ ਗੱਲ ਕਰੀ ਜਲਾਲਾਬਾਦ ਹਲਕੇ ਦੀ ਗਰਾਊਂਡ ਰਿਪੋਰਟ ਸੁਖਬੀਰ ਬਾਦਲ ਨੂੰ ਦਿੰਦਾ ਸੀਗਾ ਪਰ ਉਸ ਦੀ ਆਵਾਜ਼ ਉੱਥੇ ਦੱਬ ਦਿੱਤੀ ਜਾਂਦੀ ਸੀ। ਫਿਰ ਜੇ ਉਹ ਗੱਲ ਦਬਾਉਣ ਵਾਲੇ ਵਿੱਚ ਲੋਕ ਸੀਗੇ ਤੇ ਉਹਦਾ ਖਮਿਆਜਾ ਤਾਂ ਅਸੀਂ ਅੱਜ ਭੁਗਤਦੇ ਹੀ ਪਏ ਆ ਨਾ। ਬਿਲਕੁਲ ਉਹ ਗੱਲ ਨਹੀਂ ਦਬਣੀ ਚਾਹੀਦੀ। ਜੇਕਰ ਰਿਐਲਿਟੀ ਹੈ ਇਲਾਕੇ ਦੇ ਵਿੱਚ ਉਹ ਰਿਐਲਿਟੀ ਪਹੁੰਚਣੀ ਚਾਹੀਦੀ ਸੀ, ਪਾਰਟੀ ਤੱਕ ਪਹੁੰਚਣੀ ਚਾਹੀਦੀ, ਨਹੀਂ ਪਹੁੰਚੀ ਉਹਦੇ ਵਿੱਚ ਕੋਈ ਦੀਵਾਰ ਬਣੇ ਨੇ ਬੰਦੇ ਤੇ ਉਹਨਾਂ ਨੇ ਪਾਰਟੀ ਦਾ ਨੁਕਸਾਨ ਕੀਤਾ। ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਬਣ ਕੇ ਸਾਹਮਣੇ ਆਈ ਸੀਗੀ ਕਿ ਉਸ ਨੂੰ ਲੋਕਾਂ ਵੱਲੋਂ ਵੀ ਕਿਹਾ ਕਿ ਪੰਥਕ ਪਾਰਟੀ ਤੋਂ ਇਹਨੂੰ ਬਦਲ ਕੇ ਪੰਜਾਬੀ ਪਾਰਟੀ ਕਰ ਦਿੱਤਾ ਗਿਆ ਜਿਹਦਾ ਕਿ ਅੱਜ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਮਤਲਬ ਕਿ ਪੰਜਾਬੀ ਪਾਰਟੀ ਕਰ ਦਿੱਤਾ ਗਿਆ ਕਿਉਂਕਿ ਇਕੱਲੀ ਪੰਥਕ ਪਾਰਟੀ ਰਹਿ ਕੇ ਤਾਂ ਹੁਣ ਵੀ ਤੁਸੀਂ ਦੇਖ ਲਓ ਜਿੰਨੀਆਂ ਅਸੀਂ ਜੇ ਇਕੱਲੇ ਵਾਲੇ ਤੁਸੀਂ ਗੱਲ ਸੋਚੋਗੇ ਤਾਂ ਹੁਣ ਉਹ ਨਹੀਂ ਤੁਸੀਂ ਉਸ ਤਰ੍ਹਾਂ ਚੱਲ ਸਕਦੇ, ਉਨੀ ਵੋਟ ਤੁਸੀਂ ਨਹੀਂ ਲੈ ਸਕਦੇ। ਜੇ ਹਿੰਦੂਤਵ ਦਾ ਲੱਗਦਾ ਹੈ ਇਹਦੇ ਤੇ ਵੀ ਠੱਪਾ ਲੱਗਦਾ ਕਿਉਂਕਿ ਉਹਨਾਂ ਦੀ ਬੜੀ ਜ਼ਿਆਦਾ ਮੈਜੋਰਟੀ ਹੈ, ਭਾਜਪਾ ਤੇ ਵੀ ਲੱਗਦਾ ਹੈ ਨਾ, ਪਰ ਉਹਨਾਂ ਨੂੰ ਵੀ ਇਲੈਕਸ਼ਨ ਦੇ ਟਾਈਮ ਤੇ ਨਾਲ ਬਾਕੀਆਂ ਨੂੰ ਲੈਣਾ ਪੈਂਦਾ, ਵੋਟ ਦੂਜੀ ਵੀ ਲੈਣੀ ਪੈਂਦੀ ਹੈ ਤਾਂ ਹੀ ਜਿੱਤਦਾ। ਤੇ ਉਹ ਲੈਣ ਕਰਕੇ ਜੇ ਕੁਝ ਫੈਸਲੇ ਲੈ ਨੇ ਉਸ ਤਰ੍ਹਾਂ ਦੇ ਤੇ ਉਹਨੂੰ ਪ੍ਰਚਾਰਿਆ ਉਸ ਤਰ੍ਹਾਂ ਗਿਆ ਕਿ ਇਹਨੂੰ ਪੰਥਕ ਪਾਰਟੀ ਤੋਂ ਦੂਸਰੇ ਪਾਸੇ ਕਨਵਰਟ ਕੀਤਾ। ਤੇ ਜੇਕਰ ਤੁਸੀਂ ਰਾਜ ਭਾਗ ਲੈਣ ਵਾਲਾ ਪਾਰਟੀ ਵਿੱਚ ਜੇ ਰਾਜ ਭਾਗ ਲੈਣਾ ਹੈ, ਇਲੈਕਸ਼ਨਾਂ ਦੇ ਵਿੱਚ ਲੜਨਾ ਹੈ, ਤੇ ਫਿਰ ਤੁਸੀਂ ਇਕੱਲੇ ਇਹ ਸੋਚ ਕੇ ਵੀ ਤੁਸੀਂ ਪੰਥਕ ਗੱਲ ਕਰਕੇ ਤੇ ਨਿਰੀ ਵੋਟ ਤੁਸੀਂ ਲੈ ਕੇ ਤਾਂ ਰਾਜ ਭਾਗ ਨਹੀਂ ਕਰ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜੇ ਕਹਿ ਸਕਦੇ ਪਰਿਵਾਰ ਦੇ ਉੱਪਰ ਇਲਜ਼ਾਮ ਲੱਗੇ ਸੀਗੇ ਬੇਅਦਬੀ ਨੂੰ ਲੈ ਕੇ ਤੇ ਨਸ਼ੇ ਨੂੰ ਲੈ ਕੇ, ਤੇ ਜਿਹੜੀ ਕਿ ਪਰਿਵਾਰ ਵੱਲੋਂ ਵਾਰ-ਵਾਰ ਇੱਕੋ ਅਰਦਾਸ ਕੀਤੀ ਗਈ ਸੀ ਜਿਨ੍ਹਾਂ ਨੇ ਇਹ ਕੁਝ ਕੀਤਾ ਜਾਂ ਸਿਆਸਤ ਕਰਦੇ ਉਹਨਾਂ ਨੂੰ ਕੱਖ ਨਾ ਰਵੇ, ਤੇ ਲੋਕਾਂ ਨੇ ਆਵਾਜ਼ ਚੁੱਕ ਲਈ ਕਿ ਵਾਕਈ ਬਾਦਲ ਪਰਿਵਾਰ ਦਾ ਕੱਖ ਨਹੀਂ ਰਿਹਾਗਾ। ਕੀ ਅਰਦਾਸ ਜਿਹੜੀ ਹੈ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਇਲੈਕਸ਼ਨ ਮੈਂ ਇਹ ਗੱਲ ਜੇ ਦੇਖੋ ਜੇਕਰ ਕਿਸੇ ਪਰਿਵਾਰ ਵੱਲੋਂ ਇਹ ਕੁਝ ਕੀਤਾ ਗਿਆ ਹੋਵੇ ਕਦੇ ਉਹ ਸੋਚੋ ਇਹੋ ਜਿਹੀ ਅਰਦਾਸ ਕਰੇਗਾ? ਠੀਕ ਹੈ, ਇਹ ਇਲੈਕਸ਼ਨ ਦੇ ਵਿੱਚ ਵੇਵ ਇਹੋ ਜਿਹੀ ਹਨੇਰੀ ਆਈ ਜਿਹਦੇ ਵਿੱਚ ਉਹਨਾਂ ਦੀਆਂ ਸਾਰੀਆਂ ਸੀਟਾਂ ਚਲੀਆਂ ਗਈਆਂ ਤੇ ਅਸੀਂ ਹੁਣ ਇਹ ਗੱਲ ਕਹਿਣਾ ਸ਼ੁਰੂ ਕਰਤਾ ਕਿ ਉਹਨਾਂ ਦਾ ਕੱਖ ਨਹੀਂ ਰਿਹਾ। ਇਹ ਤਾਂ ਕੋਈ ਟਾਈਮ ਇਹ ਆਇਆ ਸੀ ਜਦੋਂ ਉਹਦਾ ਨਾਂ ਕੀ ਹੈ ਭਾਜਪਾ ਕੋਲ ਵੀ 2 ਸੀਟਾਂ ਹੁੰਦੀਆਂ ਸੀ, ਉਹਨਾਂ ਨੇ ਵੀ ਹੌਲੀ ਹੌਲੀ ਡਿਵੈਲਪ ਕੀਤਾ। ਜਾਂ ਇੱਕ ਟਾਈਮ ਉਹ ਆਇਆ ਸੀ ਕਾਂਗਰਸ ਦੇ ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਟਾਈਮ ਤੇ ਕਿ ਸਾਰੀ ਕਾਂਗਰਸ ਹੀ ਹਾਰ ਗਈ ਸੀ, ਕੁਝ ਸੀਟਾਂ ਤੇ ਸਿਮਟ ਗਈ ਸੀ ਤੇ ਉਸ ਤੋਂ ਬਾਅਦ ਕੀ ਉਹਨਾਂ ਨੇ ਰਿਵਾਈਵ ਨਹੀਂ ਕੀਤਾ, ਫਿਰ ਉਹ ਦੁਬਾਰਾ ਰਾਜ ਭਾਗ ਕਰ ਗਏ, ਫਿਰ ਚਲੇ ਗਏ। ਇਲੈਕਸ਼ਨ ਦੇ ਵਿੱਚ ਇਹ ਗੱਲਾਂ ਕਹਿਣੀਆਂ ਕਿ ਉਹ ਮਤਲਬ ਕਿ ਵੀ ਉਸ ਤਰ੍ਹਾਂ ਹੋ ਗਿਆ ਤੇ ਇਹਨਾਂ ਦਾ ਕੱਖ ਨਹੀਂ ਰਿਹਾ, ਕੋਈ ਗੱਲ ਨਹੀਂ, ਅਗਲੇ ਇਲੈਕਸ਼ਨ ਆ ਜਾਣਗੇ ਉਹਨਾਂ 'ਚ ਪਤਾ ਲੱਗ ਜੂਗਾ, ਐਡਾ ਕੋਈ ਮਸਲਾ ਨਹੀਂ ਹੈ। ਤਾਂ ਕਿਹੜਾ ਕੁੰਭ ਦਾ ਮੇਲਾ ਹੈ, ਦੁਬਾਰਾ ਇਲੈਕਸ਼ਨ ਆ ਹੀ ਜਾਣੇ ਨੇ। ਤੁਸੀਂ ਬੜੇ ਸੀਨੀਅਰ ਅਕਾਲੀ ਦਲ ਦੇ ਰਹੇ ਹੋ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਕਿੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ? ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਰੂਟ ਲੈਵਲ ਤੱਕ ਸਾਨੂੰ ਜਾਣਾ ਪਏਗਾ। ਸਾਨੂੰ ਪਹਿਲਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਕਿਆ ਸਹੀ ਗੱਲ ਹੈ ਕਿ ਜਥੇਦਾਰਾਂ ਦੀ ਜੋ ਵੈਲਿਊ ਹੈ ਉਹ ਜਥੇਦਾਰਾਂ ਨੂੰ ਹੀ ਮਿਲਣੀ ਪਏਗੀ। ਜਿਹੜੀ ਵੀ ਕੋਈ ਵੀ ਜਦੋਂ ਤੁਸੀਂ ਪਾਰਟੀ ਚਲਾਉਂਦੇ ਹੋ ਉਹਨੂੰ ਪਾਰਟੀ ਦੇ ਤੌਰ ਤੇ ਅਸੀਂ ਜਦੋਂ ਚਲਾਵਾਂਗੇ ਇੱਕ ਪਾਰਟੀ ਦੇ ਸੰਗਠਨ ਦੇ ਤੌਰ ਤੇ ਚਲਾਵਾਂਗੇ ਤੇ ਬੈਟਰ ਰਹੇਗਾ। ਜੇਕਰ ਅਸੀਂ ਉਹਨੂੰ ਇੱਕ ਸੰਸਥਾ ਦੂਸਰੀ ਤਰ੍ਹਾਂ ਆਪਾਂ ਕਹਿ ਲਈਏ ਕਿ ਇੱਕ ਨਿੱਜੀ ਕਾਰਪੋਰੇਟ ਘਰਾਣੇ ਦੀ ਤਰ੍ਹਾਂ ਚਲਾਵਾਂਗੇ ਤੇ ਸ਼ਾਇਦ ਉਹਦੇ ਤੋਂ ਸਾਨੂੰ ਸ਼ਾਇਦ ਥੋੜ੍ਹਾ ਜਿਹਾ ਬਾਹਰ ਆਉਣਾ ਪਏਗਾ। ਪੰਜਾਬ ਵਾਸੀਆਂ ਦੇ ਵੀ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਾਜਨੀਤਿਕ ਤੌਰ ਤੇ ਸਫਾਇਆ ਹੋ ਚੁੱਕਾ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਵੀ ਜਿਹੜਾ ਕਬਜ਼ਾ ਜਿਹੜਾ ਆ ਇਹਨਾਂ ਦਾ ਪਰਿਵਾਰ ਦਾ ਜਿਹੜਾ ਹਟਾਇਆ ਜਾਣਾ ਹੈ। ਦੇਖੋ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ, ਅਸੀਂ ਉਹਨੂੰ ਪਰਿਵਾਰ ਦਾ ਕਬਜ਼ਾ ਕਹੀ ਜਾਈਏ ਤਾਂ ਚਲੋ ਪੰਜਾਬ ਦੇ ਲੋਕ ਕਹਿੰਦੇ ਆ ਨਾ ਜੀ। ਚਲੋ ਪੰਜਾਬ ਦੇ ਲੋਕਾਂ ਦੀ ਹਰੇਕ ਮਤਲਬ ਕਿ ਇਸ ਗੱਲ ਨੂੰ ਅਸੀਂ ਉਸ ਤਰ੍ਹਾਂ ਤਾਂ ਨਹੀਂ, ਜਦੋਂ ਕੋਈ ਪਾਰਟੀ ਹਾਰਦੀ ਹੈ ਜਾਂ ਕੁਝ ਹੋ ਜਾਂਦਾ ਤੇ ਉਹਦੇ ਤੇ ਬੜੀ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਤੇ ਸਾਰਾ ਕੁਝ ਕੀਤਾ ਜਾਂਦਾ ਤੇ ਉਹ ਸ਼੍ਰੋਮਣੀ ਕਮੇਟੀ ਦੇਖੋ ਉਹ ਇਲੈਕਟਿਡ ਬਾਡੀ ਹੈ ਤੇ ਜਦੋਂ ਇਲੈਕਸ਼ਨ ਹੋਣਗੇ ਤੇ ਉਹਦੇ ਵਿੱਚ ਸਾਰਾ ਕੁਝ ਪਤਾ ਲੱਗ ਜੂਗਾ ਉਹਦੇ 'ਚ ਕੀ ਚੱਕਰ ਹੈ। ਇਲੈਕਟਿਡ ਬਾਡੀ ਹੈ, ਜਦੋਂ ਵੀ ਇਲੈਕਸ਼ਨ ਹੋਣਗੇ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਲੜੇਗਾ, ਅੱਗੇ ਵੀ ਬਾਕੀ ਵੀ ਲੜਦੇ ਆਏ ਨੇ ਜਿਹੜੇ ਕੋਈ ਕਾਂਗਰਸ ਜਦੋਂ ਕੋਈ ਸੰਗਠਨ ਤਿਆਰ ਕਰ ਦਿੰਦੀ ਹੈ ਸ਼੍ਰੋਮਣੀ ਕਮੇਟੀ ਵਾਸਤੇ ਲੜਨ ਵਾਸਤੇ ਜਾਂ ਕੋਈ ਹੋਰ ਪਾਰਟੀਆਂ ਤਿਆਰ ਕਰਦੀਆਂ ਨੇ ਤੇ ਉਹ ਆ ਕੇ ਨਾ ਕੀ ਹੈ ਫਾਈਟ ਕਰਦੇ ਨੇ ਤੇ ਉਹਦੇ ਵਿੱਚ ਦੇਖੋ ਹੁਣ ਅੱਗੇ ਆਉਣ ਵਾਲਾ ਟਾਈਮ ਤੇ ਜਦੋਂ ਹੋਏਗਾ ਤੇ ਉਹ ਤਾਂ ਇਲੈਕਟਿਡ ਬਾਡੀ ਹੈ, ਜਦੋਂ ਇਲੈਕਸ਼ਨ ਹੋਣਗੇ ਇਲੈਕਸ਼ਨ ਲੜ ਕੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਤਾਂ ਨਹੀਂ ਕਹਿ ਸਕਦੇ, ਜਿੰਨੇ ਵੀ ਉੱਥੋਂ ਦਾ ਪ੍ਰਬੰਧ ਸੰਭਾਲਣਾ, ਜਿੰਨੇ ਸੇਵਾ ਕਰਨੀ ਹੈ ਉਹ ਸੇਵਾ ਤਾਂ ਇਲੈਕਸ਼ਨ ਜਦੋਂ ਹੋਣਗੇ ਤੇ ਉਸ ਤੋਂ ਬਾਅਦ ਜਿਹਨੂੰ ਜਿਸ ਤਰ੍ਹਾਂ ਪਬਲਿਕ ਜਿਹਨੂੰ ਸੇਵਾ ਦੇਵੇਗੀ ਉਹ ਕਰੇਗਾ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੰਥਕ ਇਕੱਠ ਕਰਕੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਵੋਟ ਪਾਉਣ ਦਾ ਜਿਹੜਾ ਆ ਇੱਕ ਸੰਦੇਸ਼ ਜਾਰੀ ਕੀਤਾ ਸੀਗਾ। ਕੀ ਉਸ ਸੰਦੇਸ਼ ਦਾ ਕੋਈ ਅਸਰ ਹੋਇਆ? ਦੇਖੋ ਸੰਦੇਸ਼ ਦਿੱਤਾ ਸੀ, ਸੰਦੇਸ਼ ਦਾ ਅਸਰ ਨੂੰ ਆਪਾਂ ਕਿਸ ਤਰ੍ਹਾਂ ਲੈ ਸਕਦੇ ਹਾਂ? ਹੁਣ ਜੇਕਰ ਉਹਨਾਂ ਨੇ ਲੋਕਾਂ ਦਾ ਕਹਿਣਾ ਵੀ ਉਹ ਸੰਦੇਸ਼ ਦਾ ਅਸਰ ਕਿਉਂ ਨਹੀਂ ਹੋਇਆ ਕਿਉਂਕਿ ਨਿੱਜੀਕਰਨ ਕਰਕੇ ਜਿਹੜਾ ਆ ਜੇਬਾਂ ਦੇ ਵਿੱਚੋਂ ਨਿਕਲੇ ਹੋਏ ਜਥੇਦਾਰ ਦੇ ਕਰਕੇ ਹੀ ਜਿਹੜਾ ਸ਼੍ਰੀ ਅਕਾਲ ਤਖਤ ਇੱਕ ਸਿੱਖ ਪੰਥ ਦੀ ਸਰਮੌਰ ਸੰਸਥਾ ਜਿਹਨੂੰ ਕਹਿ ਸਕਦੇ ਅਕਾਲ ਤਖਤ ਮਾਣ ਹੈ, ਸਿੱਖ ਪੰਥ ਦੀ ਸ਼ਾਨ ਹੈ, ਉਹਨੂੰ ਕਿਤੇ ਨਾ ਕਿਤੇ ਆਪਣੀ ਰਾਜਨੀਤਿਕ ਤੌਰ ਤੇ ਵਰਤਣ ਦੇ ਲਈ ਜਿਹੜੀ ਹੈ ਅੱਜ ਉਸ ਦੀ ਜਿਹੜੀ ਆਪਾਂ ਕਹਿ ਸਕਦੇ ਛਵੀ ਨੂੰ ਜਿਹੜੀ ਹੈ ਢਾਹ ਲੱਗੀ ਕਿਤੇ ਨਾ ਕਿਤੇ। ਮੰਨਦੇ ਹੋ ਇਸ ਚੀਜ਼ ਨੂੰ?
ਦੇਖੋ ਜੇ ਹੁਣ ਅੱਜ ਜਿਹੜੇ ਗੱਲਾਂ ਇਹ ਕਹਿੰਦੇ ਨੇ ਕਿ ਅਸੀਂ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਕਬਜ਼ੇ ਵਿੱਚ ਖੋਣੀ ਹੈ, ਜਦ ਉਹ ਆ ਕੇ ਉੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਕੇ ਮੰਨ ਲਿਓ ਉਹ ਆਉਂਦੇ ਨੇ, ਜਿਹੜਾ ਵੀ ਬੰਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਜਿੱਤ ਕੇ ਆਏਗਾ, ਸ਼੍ਰੋਮਣੀ ਕਮੇਟੀ ਨੂੰ ਸੰਭਾਲੇਗਾ, ਉਹਦੇ ਸੰਵਿਧਾਨ ਦੇ ਹਿਸਾਬ ਤੇ ਜਥੇਦਾਰ ਤਾਂ ਉਹਨਾਂ ਨੇ ਨਿਯੁਕਤ ਕਰਨੇ ਨੇ ਨਾ। ਠੀਕ ਹੈ। ਤੇ ਉਹਦੇ ਵਿੱਚ ਨਿਯੁਕਤੀਆਂ ਫਿਰ ਜਦੋਂ ਗੱਲ ਇਹੀ ਹੁੰਦੀ ਹੈ, ਜਦੋਂ ਜਿਹੜੀ ਚੀਜ਼ ਸਾਡੇ ਕੋਲ ਨਹੀਂ, ਜਦੋਂ ਦੂਸਰਾ ਕਰਦਾ ਤੇ ਅਸੀਂ ਉਹਦੇ ਤੇ ਕਿੰਤੂ ਪਰੰਤੂ ਕਰਦੇ ਹਾਂ ਜੀ, ਉਹਨਾਂ ਦੀ ਜੇਬ ਚੋਂ ਨਿਕਲੇ ਨੇ, ਉਹਨਾਂ ਦੇ ਫਲਾਣੇ ਨਿਕਲੇ ਨੇ। ਹਮੇਸ਼ਾ ਹੀ ਇਦਾਂ ਹੁੰਦਾ ਹੈ, ਜਦੋਂ ਵੀ ਕੋਈ ਇਲੈਕਟਡ ਬਾਡੀ ਹੁੰਦੀ ਹੈ, ਜੇ ਉਹ ਸੰਵਿਧਾਨ ਵਿੱਚ ਉਸ ਤਰ੍ਹਾਂ ਲਿਖਿਆ ਤਾਂ ਉਹਨਾਂ ਨੇ ਹੀ ਕਰਨੇ ਨੇ। ਲੋਕਾਂ ਦੀ ਆਵਾਜ਼ ਉੱਠੀ ਹੈ ਕਿ ਪੰਜਾਬ ਦੇ ਵਿੱਚ ਜੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਮਜ਼ਬੂਤ ਕਰਨੀ ਤਾਂ ਪਰਿਵਾਰਵਾਦ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਨਾਰਾ ਕਰਨਾ ਪੈਣਾ ਹੈ। ਪੜ੍ਹੇ ਲਿਖੇ ਨੌਜਵਾਨ ਜੋ ਕਿ ਸਿੱਖੀ ਸਰੂਪ ਦੇ ਵਿੱਚ ਹੋਣ, ਜਿਨ੍ਹਾਂ ਨੂੰ ਪੂਰਾ ਗਿਆਨ ਹੋਵੇ ਗੁਰਮਤਿ ਦਾ, ਉਹਨਾਂ ਨੂੰ ਹੀ ਅੱਗੇ ਲਾਉਣਾ ਚਾਹੀਦਾ, ਤਾਂ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ। ਕੀ ਕਹੋਗੇ? ਨਹੀਂ, ਇਸ ਗੱਲ ਦੇ ਤਾਂ ਮੈਂ ਵੀ ਚਲੋ ਹੱਕ ਵਿੱਚ ਵੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਥੇਦਾਰ ਬਣਦਾ ਹੈ, ਜੇ ਉਹ ਸਿੱਖ ਹੈ ਤਾਂ ਬਿਲਕੁਲ ਉਹ ਸਾਬਤ ਸੂਰਤ ਹੋਣਾ ਚਾਹੀਦਾ। ਤੇ ਉਹਦੇ ਨਾਲ ਜੇਕਰ ਅਸੀਂ ਦੂਸਰੇ ਜਦੋਂ ਉਹ ਸਿਸਟਮ ਦੇ ਵਿੱਚ ਆਨੇ ਆ ਤੇ ਉਹਦੇ ਵਿੱਚ ਜਿਹੜੀ ਦੂਸਰੀ ਰੀਤ ਵੱਧਦੀ ਹੈ, ਤੇ ਅਸੀਂ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਪੰਥਕ ਪਾਰਟੀ ਰੱਖਦੇ ਹਾਂ ਤਾਂ ਉਹਦੇ ਵਿੱਚ ਕੋਈ ਹਰਜ ਵੀ ਨਹੀਂ ਹੈ ਜੇ ਅਸੀਂ ਇਸ ਗੱਲ ਨੂੰ ਪ੍ਰੈਫਰ ਕਰੀਏ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਦੀ ਅਹੁਦੇਦਾਰੀ ਲੈਣੀ ਹੈ, ਜੇ ਉਹ ਐਜ਼ ਏ ਸਿੱਖ ਲੈ ਰਿਹਾ ਤਾਂ ਉਹ ਬਿਲਕੁਲ ਸਾਬਤ ਸੂਰਤ ਸਿੱਖ ਹੀ ਹੋਣਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਹੋਰ ਨੁਮਾਇੰਦਗੀ ਉਹ ਕਿਸੇ ਮੁਸਲਮਾਨ ਨੂੰ ਹਿੰਦੂ ਨੂੰ ਦਿੰਦੇ ਹਾਂ, ਉਹਦੇ ਵਾਸਤੇ ਛੋਟ ਹੈ ਕਿ ਉਹ ਆਪਣੇ ਸਰੂਪ ਵਿੱਚ ਹੋ ਸਕਦਾ ਹੈ। ਪਰ ਜਿਹੜਾ ਆਦਮੀ ਸ਼੍ਰੋਮਣੀ ਅਕਾਲੀ ਦਲ ਵਿੱਚ ਐਜ਼ ਏ ਸਿੰਘ ਆਉਂਦਾ ਤਾਂ ਬਿਲਕੁਲ ਉਹਨੂੰ ਸਿੱਖੀ ਸਰੂਪ ਵਿੱਚ ਹੀ ਹੋਣਾ ਚਾਹੀਦਾ। ਮੈਂ ਵੀ ਇਸ ਗੱਲ ਦੇ ਹੱਕ ਵਿੱਚ ਪ੍ਰੋੜਤਾ ਕਰਨਾ, ਮੈਂ ਇਸ ਗੱਲ ਦੀ ਹੋਣਾ ਚਾਹੀਦਾ। ਅੱਗੇ ਦੀ ਜਿਹੜੀ ਰਣਨੀਤੀ ਹੈ ਕੀ ਰਹਿਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਦੀ? ਦੇਖੋ, ਰਣਨੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਹੁਣ ਮੀਟਿੰਗਾਂ ਹੋਣਗੀਆਂ, ਉਹ ਸਾਰੇ ਜਿਹੜੇ ਕਾਰਨ ਬਣੇ ਸਾਡੀ ਹਾਰ ਦੇ ਤੇ ਲੋਕਾਂ ਨੇ ਸਾਡੇ ਵਿਰੁੱਧ ਫਤਵਾ ਦਿੱਤਾ, ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ, ਉਹਦੇ ਤੇ ਸੀਨੀਅਰ ਲੀਡਰਸ਼ਿਪ ਵਿਚਾਰਾ ਕਰਨਗੇ। ਜਦੋਂ ਬੈਠ ਕੇ ਸਾਰੇ ਇਕੱਤਰ ਹੋਣਗੇ, ਇਕੱਤਰ ਹੋ ਕੇ ਬੈਠਣਗੇ, ਉੱਥੇ ਜੋ ਵੀ ਉਹ ਡਿਸੀਜਨ ਲੈਣਗੇ ਉਹ ਤਾਂ ਹਾਈ ਕਮਾਂਡ ਦੇ ਡਿਸੀਜਨ ਨੇ ਜੋ ਉਹਨਾਂ ਨੇ। ਸੋਸ਼ਲ ਮੀਡੀਆ ਤੇ ਪੰਜਾਬ ਦੇ ਲੋਕਾਂ ਵੱਲੋਂ ਆਵਾਜ਼ ਉਠਾਈ ਗਈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਚਲੋ ਇਹ ਤਾਂ ਜਦੋਂ ਕੁਝ ਵੀ ਇਲੈਕਸ਼ਨ ਵਿੱਚ ਜਦੋਂ ਹਾਰਾਂ ਹੁੰਦੀਆਂ ਤੇ ਇਹ ਗੱਲਾਂ ਤਾਂ ਆਮ ਹੀ ਉੱਠਦੀਆਂ ਹਨ ਕਿ ਅਸਤੀਫਾ ਦੇ ਦੇਣਾ ਚਾਹੀਦਾ। ਅਸਤੀਫੇ ਅੱਜ ਤੱਕ ਜਦੋਂ ਕਿੰਨਾ ਪਾਰਟੀਆਂ ਦੇ ਵਿੱਚੋਂ ਹਾਰਾਂ ਹੁੰਦੀਆਂ ਨੇ ਅਸਤੀਫੇ ਹੁੰਦੇ ਵੀ ਹਨ, ਤੇ ਅਸਤੀਫੇ ਪ੍ਰਮਾਣ ਕਦੇ ਵੀ ਨਹੀਂ ਕਿੰਨਾ ਪਾਰਟੀਆਂ ਦੇ ਵੀ ਹੁੰਦੇ। ਉਹ ਤਾਂ ਇਹ ਆਮ ਇੱਕ ਸੁਭਾਵਕ ਗੱਲਾਂ ਹੀ ਨੇ, ਉਠਾਣੀਆਂ ਹੀ ਹੁੰਦੀਆਂ ਨੇ ਲੋਕਾਂ ਨੇ, ਕੋਈ ਮਸਲਾ ਨਹੀਂ ਹੈ ਇਹਦੇ ਵਿੱਚ, ਕਹਿ ਦਈਏ। ਸੋ ਤੁਸੀਂ ਦੇਖ ਰਹੇ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿ ਹੈ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਆਪਣੀ ਹੋਂਦ ਨੂੰ ਕਾਇਮ ਰੱਖ ਸਕਦਾ ਆ। ਦੇਖਣਾ ਹੋਵੇ ਕਿ ਜਿਹੜੀਆਂ ਅਲੱਗ-ਅਲੱਗ ਧੜੇ ਬਣੇ ਸ਼੍ਰੋਮਣੀ ਅਕਾਲੀ ਦਲ ਦੇ, ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਲਈ ਕੰਮ ਕਰ ਸਕਣਗੇ ਕਿ ਨਹੀਂ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਿੱਖੀ ਫਲਵਾੜੀ ਦੀ, ਤਾਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਵੀ ਬਹੁਤ ਬਣ ਚੁੱਕੀਆਂ ਨੇ। ਸੋ ਇਹ ਦੇਖਣਾ ਹੋਵੇਗਾ ਕਿ ਇਹਨਾਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਉੱਪਰ ਵੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਹਾਰ ਹੋਈ ਹੈ, ਇਸ ਦਾ ਅਸਰ ਪੈਂਦਾ ਕਿ ਨਹੀਂ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਜੁੜੇ ਰਹਿਣਾ SS ਲਾਈਵ TV ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।